ਪ੍ਰੈਜ਼ੀਡੈਂਟ ਆਇਆ ਜ਼ੈਲੈਂਸਕੀ, ਇਹਨੇ ਤਕਰੀਬਨ 1 ਸਾਲ ਪਹਿਲਾਂ ਇਹ ਇੱਛਾ ਕੀਤੀ ਕਿ ਮੈਂ ਨੈਟੋ ਦਾ ਹਿੱਸਾ ਬਣ ਜਾਵਾਂ, ਜਿਹੜਾ ਕਿ ਰਸ਼ੀਆ ਨੂੰ ਬਿਲਕੁਲ ਵੀ ਮਨਜ਼ੂਰ ਨਹੀਂ ਹੈ। ਤੇ ਹੁਣ ਇਹਨਾਂ ਨੇ ਅਟੈਕ ਕੀਤਾ ਕਿਉਂਕਿ ਰੂਸ ਕਿਸੇ ਵੀ ਹਾਲਤ ਦੇ ਵਿੱਚ ਨਹੀਂ ਚਾਹੇਗਾ ਕਿ ਯੂਕਰੇਨ ਜੋ ਹੈ ਨੈਟੋ ਦਾ ਹਿੱਸਾ ਬਣੇ। ਯੂਕਰੇਨ ਦੇ ਮੁਕਾਬਲੇ ਰੂਸ ਬਹੁਤ ਜ਼ਿਆਦਾ ਤਕੜਾ ਹੈ। ਇਹ ਦਿਨਾਂ ਦੀ ਗੱਲ ਹੈ ਕਿ ਉਹਨਾਂ ਨੂੰ ਸਰੈਂਡਰ ਕਰਨਾ ਪਵੇਗਾ। ਸ਼ਾਇਦ ਫੇਸ ਸੇਵਿੰਗ ਡਿਵਾਈਸਿਸ ਵਾਸਤੇ ਉਹ ਕੋਈ ਹੋਰ ਸੋਲੂਸ਼ਨ ਲੱਭ ਲੈਣ, ਪਰ ਉਹ ਸਰਕਾਰ ਦਾ ਬਦਲੀ ਹੋਣਾ ਤੈਅ ਹੈ। ਅਮਰੀਕਾ ਇੰਪੋਰਟੈਂਟ ਹੈ ਕਿ ਸਾਡੇ ਰਿਲੇਸ਼ਨ ਉਹਦੇ ਨਾਲ ਠੀਕ ਬਣ ਰਹੇ ਨੇ। ਅਸੀਂ ਕੁਆਡ ਦੇ ਮੈਂਬਰ ਵੀ ਬਣ ਰਹੇ ਹਾਂ ਜਾਂ ਬਣ ਸਕਾਂਗੇ, ਤੇ ਕਿਉਂਕਿ ਚੀਨ ਦੇ ਅਗੇਂਸਟ ਅਗਰ ਕੋਈ ਕਾਰਵਾਈ ਹੋ ਸਕਦੀ ਤਾਂ ਕੁਆਡ ਕਰੇਗਾ। ਉਹ ਮਿਨਰਲਸ ਐਕਸਪੋਰਟ ਜਦ ਬੰਦ ਹੋ ਜਾਏਗੀ ਤਾਂ ਉਹ ਮਿਨਰਲਸ ਦੀ ਕੀਮਤਾਂ ਵੀ ਵੱਧ ਜਾਣਗੀਆਂ ਅਤੇ ਓਵਰਆਲ ਵਰਲਡ ਇਕੋਨਮੀ ਦੇ ਉੱਤੇ ਇਹਦਾ ਕਾਫੀ ਅਸਰ ਪਏਗਾ। ਸਤਿ ਸ਼੍ਰੀ ਅਕਾਲ, ਤੁਸੀਂ ਦਾ ਅਨਮਿਊਟ ਦੇਖ ਰਹੇ ਹੋ ਤੇ ਮੈਂ ਆ ਰਵੀ ਸੰਗਰਾਹੁਰ। ਯੂਕਰੇਨ ਔਰ ਰੂਸ ਦਾ ਵੱਡਾ ਕ੍ਰਾਈਸਿਸ ਆਪਸ ਦੇ ਵਿੱਚ ਭਿੜ ਰਹੇ ਨੇ, ਬਹੁਤ ਵੱਡੀ ਜੰਗ ਜਿਹਨੂੰ ਕੁਝ ਕੁ ਜਿਹੜੇ ਚੈਨਲਸ ਨੇ ਜਾਂ ਕੁਝ ਕੁ ਲੋਕ ਜਿਹੜੇ ਨੇ ਉਹ ਕਹਿ ਰਹੇ ਆ ਕਿ ਤੀਜੀ ਇਹ ਵਿਸ਼ਵ ਜੰਗ ਸ਼ੁਰੂ ਹੋ ਚੁੱਕੀ ਹੈ। ਅਮਰੀਕਾ ਇਹਦੇ ਵਿੱਚ ਕਿਸ ਤਰ੍ਹਾਂ ਦੀ ਭੂਮਿਕਾ ਨਿਭਾ ਰਿਹਾ ਹੈ, ਨਾਟੋ ਕਿਸ ਤਰ੍ਹਾਂ ਦੀ ਭੂਮਿਕਾ ਨਿਭਾ ਰਿਹਾ ਹੈ, ਇਹ ਜੰਗ ਹੋਈ ਕਿਉਂ, ਜਦੋਂ ਦੋਹਾਂ ਦੇਸ਼ਾਂ ਨੂੰ ਪਤਾ ਸੀ ਕਿ ਤਣਾਅ ਬਹੁਤ ਜ਼ਿਆਦਾ ਵੱਧ ਰਿਹਾ, ਫਿਰ ਤਣਾਅ ਇਸ ਪੱਧਰ ਤੱਕ ਕਿਉਂ ਪਹੁੰਚ ਗਿਆ ਕਿ ਜੰਗ ਹੀ ਜਿਹੜੀ ਆ ਉਹ ਇਹਦਾ ਹੱਲ ਨਜ਼ਰ ਆਇਆ ਦੋਵਾਂ ਦੇਸ਼ਾਂ ਨੂੰ, ਔਰ ਭਾਰਤ ਦੀ ਖਾਸ ਤੌਰ 'ਤੇ ਕੀ ਭੂਮਿਕਾ ਰਹਿਣ ਵਾਲੀ ਹੈ ਜਾਂ ਭੂਮਿਕਾ ਜਿਸ ਤਰ੍ਹਾਂ ਦੀ ਨਿਭਾਈ ਜਾ ਰਹੀ ਹੈ ਭਾਰਤ ਦੇ ਵੱਲੋਂ, ਉਹ ਸਾਡੇ ਦੇਸ਼ 'ਤੇ ਕੀ ਜਿਹੜਾ ਪ੍ਰਭਾਵ ਪਾਉਣ ਵਾਲੀ ਹੈ, ਔਰ ਇਹ ਜੰਗ ਤੋਂ ਬਾਅਦ ਸਾਡੇ ਦੇਸ਼ 'ਤੇ ਪ੍ਰਭਾਵ ਕੀ ਰਹੂਗਾ। ਇਹ ਚੀਜ਼ਾਂ ਅਸੀਂ ਅੱਜ ਵਿਸਥਾਰ ਦੇ ਵਿੱਚ ਸਮਝਣੀਆਂ। ਅਸੀਂ ਤੇ ਤੁਸੀਂ ਇਹ ਧਿਆਨ ਦੇ ਨਾਲ ਅੱਜ ਦਾ ਜਿਹੜਾ ਇੰਟਰਵਿਊ ਅਸੀਂ ਕਰਨਾ ਤੇ ਤੁਸੀਂ ਦੇਖਣਾ ਹੈ, ਕਿਉਂਕਿ ਸਾਨੂੰ ਇਹ ਤਾਂ ਪਤਾ ਹੈ ਕਿ ਦੋ ਦੇਸ਼ਾਂ ਦੀ ਜੰਗ ਚੱਲ ਰਹੀ ਹੈ ਔਰ ਬਹੁਤ ਸਾਰੇ ਲੋਕ ਨੇ ਜਿਹੜੇ ਸੋਸ਼ਲ ਮੀਡੀਆ ਔਰ ਖਾਸ ਤੌਰ 'ਤੇ ਬਹੁਤ ਸਾਰੇ ਟੀਵੀ ਦੇ ਨਾਲ ਜੁੜੇ ਹੋਏ ਨੇ ਔਰ ਦੇਖ ਰਹੇ ਨੇ ਕਿ ਹੋ ਕੀ ਰਿਹਾ, ਪਰ ਸਾਡੇ 'ਤੇ ਉਹਦਾ ਅਸਰ ਕਿਸ ਤਰ੍ਹਾਂ ਦਾ ਰਹੂਗਾ ਇਹ ਵੀ ਸਮਝਣਾ ਲਾਜ਼ਮੀ। ਅੱਜ ਦਾ ਇੰਟਰਵਿਊ ਬੜਾ ਖਾਸ ਹੈ। ਮੇਰੇ ਨਾਲ ਗੱਲਬਾਤ ਕਰਨ ਦੇ ਲਈ ਬ੍ਰਿਗੇਡੀਅਰ ਸਾਹਿਬ ਨੇ, ਬ੍ਰਿਗੇਡੀਅਰ ਹਰਵੰਤ ਸਿੰਘ ਜੀ, ਜਿਨ੍ਹਾਂ ਦਾ ਵੱਡਾ ਤਜਰਬਾ ਖਾਸ ਤੌਰ 'ਤੇ ਉਹਨਾਂ ਨੇ ਜੰਗਾਂ ਦੇ ਵਿੱਚ ਹਿੱਸਾ ਲਿਆ ਔਰ ਵਿਸ਼ਵ ਪੱਧਰ 'ਤੇ ਉਹ ਸਮਝਦੇ ਨੇ ਕਿ ਜੰਗ ਕਿਉਂ ਸ਼ੁਰੂ ਹੁੰਦੀ ਹੈ ਔਰ ਇਹਨਾਂ ਹਾਲਾਤਾਂ ਦੇ ਵਿੱਚ ਉਹਦਾ ਨਤੀਜਾ ਕੀ ਨਿਕਲਣਾ ਹੈ। ਸਰ ਬਹੁਤ ਬਹੁਤ ਸਵਾਗਤ ਜੀ। ਸਰ ਸ਼ੁਰੂਆਤ ਆਪਾਂ ਇੱਥੋਂ ਕਰੀਏ ਕਿ ਅਮਰੀਕਾ ਨੇ ਇਹ ਪਹਿਲਾਂ ਦੁਨੀਆ ਦੇ ਸਾਹਮਣੇ ਰੱਖਤਾ ਸੀ ਕਿ ਤਣਾਅ ਵੱਧ ਰਿਹਾ, ਰੂਸ ਹਮਲਾ ਕਰ ਸਕਦਾ ਯੂਕਰੇਨ 'ਤੇ, ਫਿਰ ਮਤਲਬ ਕਿਉਂ ਲੱਗਾ ਕਿ ਇੱਕ ਜੰਗ ਹੀ ਹੋਣੀ ਚਾਹੀਦੀ ਹੈ ਜਾਂ ਇਹਦਾ ਕਾਰਨ ਕੀ ਹੈ ਕਿ ਜੰਗ ਸ਼ੁਰੂ ਹੋਈ? ਦੇਖੋ, ਇਹਦਾ ਮੇਨ ਕਾਰਨ ਇਹ ਹੈ ਕਿ ਜਦੋਂ ਸੋਵੀਅਤ ਯੂਨੀਅਨ ਪ੍ਰੈਜ਼ੈਂਟ ਹੁੰਦਾ ਸੀ ਉਦੋਂ ਸੋਵੀਅਤ ਯੂਨੀਅਨ ਦੇ ਜਿਹੜੇ ਫਰੈਂਡਲੀ ਦੇਸ਼ ਸੀ ਉਹਨਾਂ ਸਾਰਿਆਂ ਨੇ ਮਿਲ ਕੇ ਬਣਾਈ ਹੋਈ ਸੀ ਇੱਕ ਆਰਗੇਨਾਈਜੇਸ਼ਨ ਕਾਲਡ ਵਾਰਸਾ ਪੈਕਟ। ਉਹਦੇ ਅਗੇਂਸਟ ਅਮਰੀਕਾ ਅਤੇ ਵੈਸਟਰਨ ਯੂਰਪ ਦੇ ਜਿਹੜੇ ਦੇਸ਼ ਸੀ ਉਹਨਾਂ ਨੇ ਬਣਾਈ ਸੀ ਨੈਟੋ, ਨਾਰਥ ਅਟਲਾਂਟਿਕ ਟ੍ਰੀਟੀ ਆਰਗੇਨਾਈਜੇਸ਼ਨ। ਉਹ ਕੋਲਡ ਵਾਰ ਦੇ ਟਾਈਮ 'ਚ ਦੋਨੇ ਆਪਸ ਦੇ ਵਿੱਚ ਇੱਕ ਦੂਜੇ ਦੇ ਸਾਹਮਣੇ ਰਹੇ ਅਤੇ ਟਾਈਮ ਨਿਕਲਦਾ ਗਿਆ। ਫਿਰ ਜਦੋਂ 89 ਦੇ ਵਿੱਚ ਸੋਵੀਅਤ ਯੂਨੀਅਨ ਟੁੱਟੀ ਤਾਂ ਉਹਦੇ ਕਈ ਹਿੱਸੇ ਬਣ ਗਏ, ਜਿਹਦੇ ਵਿੱਚੋਂ ਮੇਨ ਹਿੱਸਾ ਰੂਸ ਨਿਕਲਿਆ, ਬਾਕੀ ਕਈ ਕੰਟਰੀਜ਼ ਬਣੀਆਂ ਜਿਵੇਂ ਇਹਦੇ ਵਿੱਚ ਯੂਕਰੇਨ ਵੀ ਇੱਕ ਹੈ। ਅਤੇ ਉਦੋਂ ਬਾਅਦ ਅਮਰੀਕਾ ਨੇ ਜਿਹੜੀ ਕੰਟਰੀਜ਼ ਪਹਿਲਾਂ ਵਾਰਸਾ ਪੈਕਟ ਵਿੱਚ ਸੀ ਉਹਨਾਂ ਨੂੰ ਆਪਣੇ ਨਾਲ ਨੈਟੋ ਵਿੱਚ ਮਿਲਾਉਣਾ ਸ਼ੁਰੂ ਕਰਤਾ, ਜਿਸ ਤਰ੍ਹਾਂ ਰਮਾਨੀਆ, ਬਲਗਾਰੀਆ, ਪੋਲੈਂਡ ਵਗੈਰਾ ਵਗੈਰਾ। ਤਾਂ ਉਹ ਕੰਮ ਚੱਲਦਾ ਰਿਹਾ, ਪਰ ਯੂਕਰੇਨ ਉਹਦੇ ਵਿੱਚ ਸ਼ਾਮਲ ਨਹੀਂ ਹੋਇਆ ਕਿਉਂਕਿ ਯੂਕਰੇਨ ਬੇਸਿਕਲੀ ਉਹਦੇ 'ਚ ਰਸ਼ੀਅਨ ਪਾਪੂਲੇਸ਼ਨ ਕਾਫੀ ਹੈ ਅਤੇ ਉਹ ਰਸ਼ੀਆ ਦੇ ਨਾਲ ਹਿਸਟੋਰੀਕਲੀ ਜੁੜਿਆ ਹੈ, ਰਸ਼ੀਆ ਦਾ ਹਿੱਸਾ ਰਿਹਾ ਸੈਂਚਰੀਜ਼ ਤੱਕ, ਅਤੇ ਇਸ ਕਰਕੇ ਉਹ ਇੰਡੀਪੈਂਡੈਂਟ ਰਿਹਾ ਅਤੇ ਸਾਰਾ ਕੰਮ ਠੀਕ ਠਾਕ ਰਿਹਾ। ਰੂਸ ਦੀ ਪ੍ਰੋਬਲਮ ਇਹ ਹੈ ਕਿ ਰੂਸ ਕੋਲ ਕੋਈ ਵਾਰਮ ਵਾਟਰ ਚੰਗੀ ਪੋਰਟ ਨਹੀਂ ਹੈ। ਨਾਰਥ ਵੱਲ ਜਿੰਨੇ ਵੀ ਉਹਦੇ ਪੋਰਟਸ ਨੇ, ਬੰਦਰਗਾਹ ਨੇ, ਉਹ 6 ਮਹੀਨੇ ਤੋਂ ਜ਼ਿਆਦਾ ਜੰਮੇ ਰਹਿੰਦੇ ਬਰਫ਼ ਦੇ ਵਿੱਚ। ਸਾਊਥ ਵਿੱਚ ਉਹਦੇ ਕੋਲ ਬਲੈਕ ਸੀ ਦੇ ਉੱਤੇ ਵਾਰਮ ਵਾਟਰ ਪੋਰਟ ਉਹਨੂੰ ਚਾਹੀਦੀ ਸੀ ਔਰ ਇਸੇ ਕਰਕੇ ਉਹ ਜ਼ਿਆਦਾ ਵਪਾਰ ਉੱਥੋਂ ਹੁੰਦਾ ਰਿਹਾ। ਔਰ ਇਸ ਚੀਜ਼ ਨੂੰ ਯਕੀਨੀ ਬਣਾਉਣ ਵਾਸਤੇ ਕਿ ਉਹਦਾ ਪੱਕਾ ਉੱਥੇ ਕੰਟਰੋਲ ਰਹੇ, ਉਹਨੇ 2014 ਵਿੱਚ ਕਰਾਈਮੀਆ ਦਾ ਇੱਕ ਇਲਾਕਾ ਜੋ ਯੂਕਰੇਨ ਦਾ ਸੀ ਉਹਦੇ 'ਤੇ ਕਬਜ਼ਾ ਕਰਕੇ ਆਪਣੇ ਨਾਲ ਮਿਲਾ ਲਿਆ, ਕਿਉਂਕਿ ਉਹਦਾ ਜਿਹੜਾ
ਸੀ ਦੇ ਵਿੱਚ ਵਪਾਰ ਹੈ, ਉਹ ਉੱਥੋਂ ਚੱਲਦਾ ਵਾਰਮ ਵਾਟਰ, ਉਹਦਾ ਜੰਗੀ ਬੇੜਾ ਵੀ ਉੱਥੇ ਰਹਿੰਦਾ ਹੈ। ਔਰ ਇਹ 2014 'ਚ ਉਹਨੇ ਮਿਲਾ ਲਿਆ। ਥੋੜ੍ਹਾ ਤਾਂ ਲੋਕਾਂ ਨੇ ਰੌਲਾ ਪਾਇਆ, ਕੋਈ ਖਾਸ ਗੱਲਬਾਤ ਨਹੀਂ ਹੋਈ। ਔਰ ਹਮੇ ਉਸ ਟਾਈਮ 'ਤੇ ਜੋ ਯੂਕਰੇਨ ਦਾ ਸਰਕਾਰ ਸੀ, ਉਹ ਰਸ਼ੀਆ ਦੇ ਨਾਲ ਉਹਨੇ ਸੰਬੰਧ ਚੰਗੇ ਸੀ, ਫਰੈਂਡਲੀ ਸੀ। ਫਿਰ 2000 ਉਦੋਂ ਬਾਅਦ ਜੋ ਪ੍ਰੈਜ਼ੀਡੈਂਟ ਆਇਆ ਜ਼ੈਲੈਂਸਕੀ, ਇਹਨੇ ਤਕਰੀਬਨ 1 ਸਾਲ ਪਹਿਲਾਂ ਇਹ ਇੱਛਾ ਕੀਤੀ ਕਿ ਮੈਂ ਨੈਟੋ ਦਾ ਹਿੱਸਾ ਬਣ ਜਾਵਾਂ, ਜਿਹੜਾ ਕਿ ਰਸ਼ੀਆ ਨੂੰ ਬਿਲਕੁਲ ਵੀ ਮਨਜ਼ੂਰ ਨਹੀਂ ਹੈ। ਕਿਉਂਕਿ ਜੇ ਯੂਕਰੇਨ ਨੈਟੋ ਦਾ ਹਿੱਸਾ ਬਣਦਾ ਤਾਂ ਬਿਲਕੁਲ ਉਹਦਾ ਬਲੈਕ ਸੀ ਬਲੌਕ ਹੋ ਜਾਏਗਾ, ਉਹਦਾ ਵਾਰਮ ਵਾਟਰ ਐਕਸੈਸ ਬਲੌਕ ਹੋ ਜਾਏਗਾ, ਔਰ ਨੈਟੋ ਬਿਲਕੁਲ ਉਹਦੇ ਘਰ ਦੇ ਵਿੱਚ ਵੜ ਜਾਏਗੀ ਕਿਸਮ ਦੇ। ਇਸ ਕਰਕੇ ਉਹ ਨੂੰ ਇਹ ਮਨਜ਼ੂਰ ਨਹੀਂ। ਉਹਨੇ ਕਈ ਵਾਰਨਿੰਗ ਦਿੱਤੀਆਂ, ਪਰ ਯੂਕਰੇਨ ਦੀ ਸਰਕਾਰ ਨੇ ਉਹਦੀ ਵਾਰਨਿੰਗ ਨੂੰ ਹੀਡ ਨਹੀਂ ਕੀਤਾ, ਤਾਂ ਉਹ ਨੈਟੋ ਵੱਲ ਹੱਥ ਵਧਾਉਂਦੇ ਰਹੇ। ਅਤੇ ਅਖੀਰ ਹੁਣ ਜਦੋਂ ਇਹ ਉਹਨਾਂ ਨੇ ਨਹੀਂ ਮੰਨੀ ਰੂਸ ਦੀ ਗੱਲ, ਤਾਂ ਰੂਸ ਨੇ ਉਹਦੇ 'ਤੇ ਅਟੈਕ ਕੀਤਾ। ਇਹਦਾ ਮੇਨ ਰੀਜ਼ਨ ਇਹੀ ਹੈ, ਉਦੋਂ ਪਹਿਲਾਂ ਰੂਸ ਨੇ ਜੋ ਰੂਸੀ ਸਪੀਕਿੰਗ ਇਲਾਕੇ ਸੀ ਕੁਛ, ਉਹਨਾਂ ਨੇ ਆਪਣੇ ਨਾਲ ਮਿਲਾ ਲਿਆ। ਅਤੇ ਹੁਣ ਇਹਨਾਂ ਨੇ ਅਟੈਕ ਕੀਤਾ, ਕਿਉਂਕਿ ਰੂਸ ਕਿਸੇ ਵੀ ਹਾਲਤ ਦੇ ਵਿੱਚ ਨਹੀਂ ਚਾਹੇਗਾ ਕਿ ਯੂਕਰੇਨ ਜੋ ਹੈ ਨੈਟੋ ਦਾ ਹਿੱਸਾ ਬਣੇ। ਔਰ ਉਹਨੇ ਹੁਣ ਅਟੈਕ ਕਰਕੇ ਉਹਨੂੰ ਕਹਿ ਦਿੱਤਾ ਕਿ ਤੁਸੀਂ ਆਪਣੇ ਹਥਿਆਰ ਡੇਗੋ ਅਤੇ ਫਿਰ ਸਾਡੇ ਨਾਲ ਗੱਲਬਾਤ ਕਰੋ। ਔਰ ਉਹ ਰੂਸ ਚਾਹੇਗਾ ਕਿ ਉੱਥੇ ਇੱਕ ਰੂਸੀ ਫਰੈਂਡਲੀ ਸਰਕਾਰ ਬਣੇ, ਜੋ ਕਿ ਰੂਸ ਦੇ ਮੁਤਾਬਕ ਕੰਮ ਚੱਲੇ ਔਰ ਨੈਟੋ ਦੇ ਨਾਲ ਉਹਨਾਂ ਦਾ ਕੋਈ ਸੰਬੰਧ ਨਾ ਹੋਵੇ। ਇਹ ਹੈ ਮੇਨ ਕਾਜ਼ ਰੂਸ ਦਾ ਨੈਟੋ ਯੂਕਰੇਨ ਉੱਤੇ। ਜਾਣੀ ਇਸ ਗੱਲ 'ਚ ਸੱਚਾਈ ਹੈ ਕਿ ਪੁਤਿਨ ਕਹਿੰਦੇ ਨੇ ਕਿ ਅਸੀਂ ਯੂਕਰੇਨ 'ਤੇ ਕਬਜ਼ਾ ਨਹੀਂ ਕਰਨਾ ਚਾਹੁੰਦੇ, ਪਰ ਜਿਸ ਤਰੀਕੇ ਦੇ ਨਾਲ ਇੱਕ ਤਰੀਕਾ ਹੁੰਦਾ ਹੈ ਕਿਸੇ ਵੀ ਫੌਜ ਦਾ ਕਿਸੇ ਦੇਸ਼ 'ਤੇ ਕਬਜ਼ਾ ਕਰਨ ਦੇ ਲਈ, ਉਹ ਰਾਜਧਾਨੀ 'ਤੇ ਹਮਲਾ ਕਰਦੇ ਨੇ, ਮੇਨ ਚੀਜ਼ਾਂ ਜਿਹੜੀਆਂ ਉਹਨਾਂ 'ਤੇ ਜਾਣਾ ਸ਼ੁਰੂ ਹੁੰਦਾ ਹੈ, ਉਹਦੇ ਵਿੱਚ ਐਂਟਰੀ ਹੁੰਦੀ ਹੈ, ਉਸੇ ਤਰੀਕੇ ਨਾਲ ਹੀ ਰੂਸ ਕਰ ਰਿਹਾ। ਜਾਣੀ ਕਬਜ਼ਾ ਉਹ ਕਹਿੰਦੇ ਅਸੀਂ ਨਹੀਂ ਕਰਨਾ, ਪਰ ਅਸੀਂ ਚਾਹੁੰਦੇ ਕਿ ਸਾਡੀ ਸਰਕਾਰ ਬਣੇ। ਜਾਣੀ ਠੀਕ ਕਹਿ ਰਹੇ ਨੇ ਫਿਰ? ਬਿਲਕੁਲ ਠੀਕ ਕਰ ਰਹੇ, ਕਿਉਂਕਿ ਰੂਸ ਨੇ ਇੰਨਾ ਕਬਜ਼ਾ ਕਰਕੇ ਉਹਨਾਂ ਦੀ ਫੌਜ ਨੂੰ ਇਮੋਬਲਾਈਜ਼ ਕਰ ਦਿੱਤਾ। ਉਹਦੇ ਰਾਜਧਾਨੀ ਵੀ ਉਹ ਕੁਝ ਦੇਰ ਬਾਅਦ ਕੈਪਚਰ ਕਰ ਸਕਦਾ, ਕਿਉਂਕਿ ਯੂਕਰੇਨ ਦੇ ਮੁਕਾਬਲੇ ਰੂਸ ਬਹੁਤ ਜ਼ਿਆਦਾ ਤਕੜਾ ਹੈ। ਔਰ ਉੱਥੇ ਕੈਪਚਰ ਕਰਕੇ ਉਹ ਆਪਣੀ ਸਰਕਾਰ ਜਿਹੜਾ ਬਣਾ ਕੇ ਬਿਠਾ ਦੇਗਾ, ਅਤੇ ਫਿਰ ਕਿਸੇ ਵੀ ਹਾਲ ਦੇ ਵਿੱਚ ਯੂਕਰੇਨ ਨੈਟੋ ਦਾ ਹਿੱਸਾ ਨਹੀਂ ਬਣ ਸਕੇਗਾ, ਕਿਉਂਕਿ ਫਿਰ ਉਹ ਰਸ਼ੀਅਨ ਮਕਸਦ ਜਾਣੀ ਇਹੋ ਹੀ ਹੈ। ਮੇਨ ਮਤਲਬ ਉਹ ਰਸ਼ੀਆ ਦੇ ਇਨਫਲੂਐਂਸ ਵਾਲੀ ਸਰਕਾਰ ਉੱਥੇ ਹੋਵੇ। ਪਰ ਉੱਥੋਂ ਦੇ ਜਿਹੜੇ ਰਾਸ਼ਟਰਪਤੀ ਸਾਹਿਬ ਨੇ, ਉਹ ਖੁਦ ਵਰਦੀ ਪਾ ਕੇ, ਆਰਮੀ ਦੀ ਵਰਦੀ ਪਾ ਕੇ ਖੁਦ ਉਹ ਕਹਿੰਦੇ ਨੇ ਕਿ ਮੈਂ ਇਹਦੀ ਅਗਵਾਈ ਕਰੂੰਗਾ। ਉਹ ਕਹਿੰਦੇ ਅਸੀਂ ਝੁਕਣ ਵਾਲੇ ਨਹੀਂ, ਅਸੀਂ ਤਾਂ ਜਿਹੜੇ ਹਥਿਆਰ ਆ ਉਹ ਨਹੀਂ ਸੁੱਟ ਰਹੇ, ਅਸੀਂ ਮੁਕਾਬਲਾ ਕਰਾਂਗੇ। ਜਾਣੀ ਲੱਗਦਾ ਨਹੀਂ ਕਿ ਮੁਕਾਬਲਾ, ਇਹ ਕਹਿਣ ਦੀਆਂ ਗੱਲਾਂ ਨੇ, ਮੁਕਾਬਲਾ ਹੋਏਗਾ, ਜ਼ਰੂਰ ਹੋਏਗਾ, ਹੋਣਾ ਵੀ ਚਾਹੀਦਾ ਹੈ, ਪਰ ਉਹ ਇੰਨੇ ਵੀਕ ਨੇ ਕਿ ਉਹ ਰੂਸ ਨੂੰ ਰੋਕ ਨਹੀਂ ਸਕਦੇ। ਇਹ ਦਿਨਾਂ ਦੀ ਗੱਲ ਹੈ ਕਿ ਉਹਨਾਂ ਨੂੰ ਸਰੈਂਡਰ ਕਰਨਾ ਪਵੇਗਾ। ਸ਼ਾਇਦ ਫੇਸ ਸੇਵਿੰਗ ਡਿਵਾਈਸਿਸ ਵਾਸਤੇ ਉਹ ਕੋਈ ਹੋਰ ਸੋਲੂਸ਼ਨ ਲੱਭ ਲੈਣ, ਪਰ ਉਹ ਸਰਕਾਰ ਦਾ ਬਦਲੀ ਹੋਣਾ ਤੈਅ ਹੈ। ਰੂਸ ਨੇ ਰਜੀਮ ਚੇਂਜ ਕਰਨਾ ਹੀ ਕਰਨਾ ਹੈ, ਤਾਂ ਕਿ ਇੱਕ ਰਸ਼ੀਆ ਫਰੈਂਡਲੀ ਸਰਕਾਰ ਉੱਥੇ ਕਾਇਮ ਹੋਵੇ, ਜਿਹੜੀ ਉਹਨਾਂ ਦੀ ਗੱਲ ਸੁਣੇ ਔਰ ਨੈਟੋ ਤੋਂ ਦੂਰ ਰਹੇ। ਨੈਟੋ ਦੀ ਭੂਮਿਕਾ ਨੂੰ ਕਿਵੇਂ ਦੇਖ ਰਹੇ ਹੋ? ਨੈਟੋ ਨੇ ਇਹ ਕਿਹਾ ਕਿ ਅਸੀਂ ਆਪਣੀ ਆਰਮੀ ਤਾਂ ਯੂਕਰੇਨ ਨੂੰ ਨਹੀਂ ਦੇ ਸਕਦੇ, ਪਰ ਅਮਰੀਕਾ ਨੇ ਕਿਹਾ ਕਿ ਤੁਹਾਨੂੰ ਅਸੀਂ ਬਾਕੀ ਜਿਹੜੀ ਸੈਨਾ ਦੇ ਲਈ ਕੋਈ ਸਹਾਇਤਾ ਉਹ ਭੇਜਦੇ ਰਹਾਂਗੇ। ਨੈਟੋ ਦੀ ਪੂਰੀ ਭੂਮਿਕਾ ਨੂੰ ਕਿਵੇਂ ਦੇਖ ਰਹੇ ਹੋ? ਨੈਟੋ ਦੀ ਭੂਮਿਕਾ ਇਹ ਹੋ ਸਕਦੀ ਹੈ ਕਿ ਨੈਟੋ ਪੂਰੀ ਇੰਟੈਲੀਜੈਂਸ ਦੇਗਾ, ਹਥਿਆਰ ਦੇਗਾ, ਉਹਨੂੰ ਮੋਨੀਟਰ ਕਰੇਗਾ, ਔਰ ਜੋ ਕੁਝ ਵੀ ਉਹ ਕਰ ਸਕਦਾ ਉਹ ਕਰੇਗਾ। ਪਰ ਉਹ ਨੈਟੋ ਯੂਕਰੇਨ ਦੇ ਵਿੱਚ ਆਪਣੀ ਫੌਜ ਨਹੀਂ ਭੇਜ ਸਕਦਾ, ਕਿਉਂਕਿ ਨੈਟੋ ਦੀ ਜਿਹੜੀ ਟ੍ਰੀਟੀ ਦਾ ਆਰਟੀਕਲ 5 ਹੈ, ਉਹਦੇ ਮੁਤਾਬਕ ਜੇ ਕਿਸੇ ਨੈਟੋ ਕੰਟਰੀ ਉੱਤੇ ਹਮਲਾ ਹੁੰਦਾ ਹੈ ਤਾਂ ਇਹ ਸਮਝਿਆ ਜਾਏਗਾ ਕਿ ਪੂਰੀ ਨੈਟੋ ਕੰਟਰੀ ਦੇ ਉੱਤੇ ਹਮਲਾ ਹੈ। ਕਿਉਂਕਿ ਯੂਕਰੇਨ ਨੈਟੋ ਦਾ ਹਿੱਸਾ ਨਹੀਂ ਹੈ, ਇਸ ਕਰਕੇ ਯੂਕਰੇਨ ਦੇ ਉੱਤੇ ਹਮਲਾ ਹੋਣਾ ਨੈਟੋ ਦੇ ਹਮਲੇ ਦੇ ਉੱਤੇ ਨਹੀਂ ਹੈ, ਔਰ ਉਹ ਫੌਜ ਵਗੈਰਾ ਨਹੀਂ ਭੇਜਣਗੇ। ਹਾਂ, ਉਹ ਸੈਂਕਸ਼ਨ ਲਾਉਣਗੇ, ਹਥਿਆਰ ਦੇਣਗੇ, ਬਾਕੀ ਉਹਨਾਂ ਨੂੰ ਇੰਟੈਲੀਜੈਂਸ ਦੇ ਸੈਟੇਲਾਈਟ ਤੋਂ ਜੋ ਹੋ ਸਕਦਾ ਉਹ ਕਰਨਗੇ, ਸਾਈਬਰ ਅਟੈਕਸ ਦੇ ਅਗੇਂਸਟ ਉਹ ਥੋੜ੍ਹੀ ਮਦਦ ਕਰ ਸਕਦੇ, ਪਰ ਉਹਨਾਂ ਦਾ ਫਿਜ਼ੀਕਲੀ ਬੂਟਸ ਔਨ ਦਾ ਗਰਾਊਂਡ ਨਹੀਂ ਕਰ ਸਕਦੇ, ਨਾ ਹੀ ਉਹਨਾਂ ਵਾਸਤੇ ਇਹ ਪੋਸੀਬਲ ਹੈ। ਕਿਉਂਕਿ ਰਸ਼ੀਆ 89 ਵਾਲਾ ਰਸ਼ੀਆ ਵੀ ਹੁਣ ਕਾਫੀ ਤਕੜਾ ਮਜ਼ਬੂਤ ਹੋ ਗਿਆ, ਇਸ ਕਰਕੇ ਉਹ ਪੰਗਾ ਨਹੀਂ ਲੈਣਗੇ ਕਿ ਫਿਜ਼ੀਕਲੀ ਉੱਥੇ ਇੰਟਰਵੀਨ ਕਰਨ। ਪੈਰੀਫਰੀ ਦੇ ਉੱਤੇ ਉਹ ਕੁਛ ਕਰਦੇ ਰਹਿਣਗੇ, ਬਾਕੀ ਸਪੋਰਟ ਕਰਨਗੇ, ਹਥਿਆਰ ਦੇਣਗੇ, ਇੰਟੈਲੀਜੈਂਸ ਦੇਣਗੇ, ਸਾਈਬਰ ਅਟੈਕਸ ਵਗੈਰਾ 'ਤੇ ਦੇਣਗੇ, ਬਾਕੀ ਉਹ ਸੈਂਕਸ਼ਨ ਵਗੈਰਾ ਦਾ ਉਹ ਕਰਨਗੇ, ਪਰ ਫਿਜ਼ੀਕਲੀ ਔਰ ਯੂਕਰੇਨ ਦੇ ਵਿੱਚ ਅਮਰੀਕਨ ਜਾਂ ਨੈਟੋ ਟਰੂਪਸ ਨਹੀਂ ਆ ਸਕਦੇ। ਸਰ, ਜਿਵੇਂ ਇਸ ਵੇਲੇ ਭਾਰਤ ਦੀ ਭੂਮਿਕਾ ਹੈ, ਭਾਰਤ ਦੇਖੋ ਜਦੋਂ ਉਹਨਾਂ ਦੇ ਖਿਲਾਫ ਨਿੰਦਾ ਮਤਾ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਜਦੋਂ ਪ੍ਰਸਤਾਵ ਪੇਸ਼ ਕੀਤਾ ਗਿਆ, ਉੱਥੇ ਭਾਰਤ ਐਬਸੈਂਟ ਰਿਹਾ, ਚੀਨ ਐਬਸੈਂਟ ਰਿਹਾ। ਭਾਰਤ ਦੀ ਹੁਣ ਤੱਕ ਦੀ ਤੁਹਾਨੂੰ ਬਿਲਕੁਲ ਜਾਣਕਾਰੀ ਹੈ ਕਿ ਭਾਰਤ ਨੇ ਕੀ ਭੂਮਿਕਾ ਨਿਭਾਈ ਹੈ, ਜਾਂ ਆਉਣ ਵਾਲੇ ਸਮੇਂ 'ਚ ਕਿਸ ਤਰ੍ਹਾਂ ਨਿਭਾ ਰਿਹਾ? ਉਹਦੀ ਭੂਮਿਕਾ ਅਮਰੀਕਾ ਅਤੇ ਰੂਸ ਦੋਨੋਂ ਇੰਪੋਰਟੈਂਟ ਨੇ,
ਅਮਰੀਕਾ ਇੰਪੋਰਟੈਂਟ ਹੈ ਕਿ ਸਾਡੇ ਰਿਲੇਸ਼ਨ ਉਹਦੇ ਨਾਲ ਠੀਕ ਬਣ ਰਹੇ ਨੇ, ਅਸੀਂ ਕੁਆਡ ਦੇ ਮੈਂਬਰ ਵੀ ਬਣ ਰਹੇ ਹਾਂ ਜਾਂ ਬਣ ਸਕਾਂਗੇ। ਤੇ ਕਿਉਂਕਿ ਚੀਨ ਦੇ ਅਗੇਂਸਟ ਅਗਰ ਕੋਈ ਕਾਰਵਾਈ ਹੋ ਸਕਦੀ ਤਾਂ ਕੁਆਡ ਕਰੇਗਾ। ਕੁਆਡ ਦਾ ਮਤਲਬ ਹੈ ਅਮਰੀਕਾ, ਜਾਪਾਨ, ਆਸਟ੍ਰੇਲੀਆ, ਇੰਡੀਆ, 4। ਔਰ ਇਸ ਕਰਕੇ ਅਮਰੀਕਾ ਸਾਡੇ ਵਾਸਤੇ ਜ਼ਰੂਰੀ ਹੈ ਚੀਨ ਦੇ ਐਂਗਲ ਤੋਂ। ਰਸ਼ੀਆ ਵੀ ਸਾਡੇ ਵਾਸਤੇ ਬਹੁਤ ਜ਼ਰੂਰੀ ਹੈ ਕਿਉਂਕਿ ਅਸੀਂ ਰਸ਼ੀਆ ਦੇ ਤੇ ਬਹੁਤ ਸਮਾਨ ਸਾਡਾ ਡਿਫੈਂਸ ਦਾ ਸਮਾਨ ਲਿਆ। ਹੁਣੀ ਥੋੜ੍ਹੀ ਦੇਰ ਪਹਿਲਾਂ S-400 ਡਿਫੈਂਸ ਸਿਸਟਮ ਅਸੀਂ ਖਰੀਦਿਆ ਜੋ ਕਿ ਬਹੁਤ ਚੰਗਾ ਹੈ। ਇਸ ਕਰਕੇ ਰਸ਼ੀਆ ਨੂੰ ਵੀ ਅਸੀਂ ਅਨੁਆਏ ਨਹੀਂ ਕਰ ਸਕਦੇ। ਔਰ ਦੂਜਾ, ਨੈਟੋ ਨੂੰ ਦੂਰ ਰੱਖਣਾ ਰਸ਼ੀਆ ਵਾਸਤੇ ਇੱਕ ਜ਼ਿੰਦਗੀ ਔਰ ਮੌਤ ਦਾ ਸਵਾਲ ਹੈ। ਤੋ ਇਸ ਕਰਕੇ ਅਸੀਂ ਰਸ਼ੀਆ ਦੀ ਐਪਰੀਸ਼ੀਏਟ ਕਰਾਂਗੇ ਕਿ ਉਹਨਾਂ ਦੀ ਮਜਬੂਰੀ ਕੀ ਹੈ, ਅਸੀਂ ਉਹਨੂੰ ਸਮਝ ਸਕਦੇ ਹਾਂ ਕਿ ਰਸ਼ੀਆ ਦੀ ਮਜਬੂਰੀ ਕੀ ਹੈ। ਇਸ ਕਰਕੇ ਅਸੀਂ ਨਿਊਟਰਲ ਸਟਾਂਸ ਲਿਆ ਹੈ ਔਰ ਇਹ ਕੀ ਕਿਹਾ ਕਿ ਇਸ ਮਸਲੇ ਨੂੰ ਗੱਲਬਾਤ ਦੇ ਥਰੂ, ਡਿਪਲੋਮੇਸੀ ਦੇ ਥਰੂ ਸੁਲਝਾਇਆ ਜਾਏ ਔਰ ਜੰਗ ਨਾ ਕੀਤੀ ਜਾਵੇ। ਇਹ ਅਸੀਂ ਕਿਹਾ ਔਰ ਇਸੇ ਕਰਕੇ ਅਸੀਂ UN ਦਾ ਜਿਹੜਾ ਮਤਾ ਹੈ ਉਹਦੇ ਵਾਸਤੇ ਵੋਟ ਨਹੀਂ ਪਾਇਆ। ਭਾਰਤ 'ਤੇ ਅਸਰ ਕੀ ਰਹਿਣ ਵਾਲਾ ਹੈ? ਜਿਵੇਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਤੀਜੀ ਵਿਸ਼ਵ ਜੰਗ ਦਾ ਨਾਮ ਦਿੱਤਾ ਜਾ ਰਿਹਾ ਹੈ ਜਾਂ ਬਾਕੀ ਮਤਲਬ ਇਸ ਪੂਰੀ ਜੰਗ ਦਾ ਦੋਨਾਂ ਦੇਸ਼ਾਂ ਦੇ ਨਾਲ ਤੁਸੀਂ ਸਮਝਾਇਆ ਕਿ ਕਿਉਂ ਸਾਨੂੰ ਜ਼ਰੂਰਤ ਹੈ ਕਿ ਅਸੀਂ ਰਸ਼ੀਆ ਦਾ ਵੀ ਪੱਖ ਲਈਏ, ਅਸੀਂ ਅਮਰੀਕਾ ਦਾ ਵੀ ਪੱਖ ਲਈਏ, ਪਰ ਦੇਸ਼ 'ਤੇ ਕੀ ਅਸਰ ਰਹਿਣ ਵਾਲਾ ਹੈ ਆਉਣ ਵਾਲੇ ਸਮੇਂ? ਰੂਸ ਦੀ ਜਿਹੜੀ ਇਕੋਨਮੀ ਹੈ ਉਹ ਜ਼ਿਆਦਾਤਰ ਚੱਲਦੀ ਹੈ ਐਕਸਪੋਰਟ ਆਫ ਆਇਲ ਅਤੇ ਗੈਸ। ਇਸ ਨਾਲ ਅਗਰ ਸੈਂਕਸ਼ਨ ਲੱਗਦੀਆਂ ਹੈ ਤਾਂ ਰੂਸ ਦੀ ਜੋ ਤੇਲ ਸਪਲਾਈ ਹੈ ਉਹ ਬੰਦ ਹੋ ਜਾਏਗੀ, ਘੱਟ ਹੋ ਜਾਏਗੀ ਵੈਸਟਰਨ ਯੂਰਪ ਨੂੰ। ਔਰ ਉਹਦੇ ਨਾਲ ਕੀ ਹੋਏਗਾ, ਓਵਰਆਲ ਸਪਲਾਈ ਤੇਲ ਦੀ ਘੱਟ ਹੋਣ ਕਰਕੇ ਤੇਲ ਦੀਆਂ ਕੀਮਤਾਂ ਵੱਧ ਜਾਣਗੀਆਂ। ਹੁਣੀ ਤੇਲ ਦੀ ਜਿਹੜੀ ਕੀਮਤ ਹੈ $100 ਬੈਰਲ ਦੇ ਉੱਤੇ ਪਹੁੰਚ ਗਈ ਜਾਂ ਇਦੋਂ ਵੱਧ ਜਾਏਗੀ। ਉਹਦੇ ਨਾਲ ਸਾਡੇ 'ਤੇ ਅਸਰ ਪਏਗਾ ਕਿ ਸਾਡਾ ਤੇਲ ਦਾ ਜਿਹੜਾ ਬਿੱਲ ਹੈ, ਜਿਹੜਾ ਅਸੀਂ ਬਾਹਰੋਂ ਮੰਗਾਉਂਦੇ ਹਾਂ, ਉਹ ਹੋਰ ਵੱਧ ਜਾਏਗਾ। ਲੋਕਾਂ ਨੂੰ ਤੇਲ ਦੀ ਪ੍ਰਾਈਸ ਜ਼ਿਆਦਾ ਦੇਣੀ ਪਏਗੀ, ਕੀਮਤਾਂ ਵੱਧ ਜਾਣਗੀਆਂ। ਪਹਿਲੇ ਲੋਕ ਬੜੀ ਦੁਖੀ ਨੇ ਕਿ ਸਾਡੇ ਜੋ ਡੀਜ਼ਲ ਅਤੇ ਪੈਟਰੋਲ ਦੀ ਕੀਮਤਾਂ ਬਹੁਤ ਜ਼ਿਆਦਾ ਨੇ ਔਰ ਅਗਰ ਹੋਰ ਵਧੀਆ ਤਾਂ ਇੱਥੇ ਹੋਰ ਰੌਲਾ ਪਏਗਾ, ਹਾਂ ਸਰਕਾਰ ਦੀ ਹੋਰ ਨਿੰਦਾ ਹੋਏਗੀ, ਕ੍ਰਿਟਿਸਿਜ਼ਮ ਹੋਏਗਾ। ਦੂਜਾ, ਯੂਕਰੇਨ ਫੂਡ ਸਰਪਲਸ ਕੰਟਰੀ ਹੈ, ਉੱਥੇ ਫੂਡ ਬਹੁਤ ਜ਼ਿਆਦਾ ਹੁੰਦਾ ਹੈ ਔਰ ਐਕਸਪੋਰਟ ਕਰਦੇ ਨੇ ਉਹ। ਅਗਰ ਇਹ ਗੜਬੜ ਚੱਲਦੀ ਰਹਿੰਦੀ ਹੈ ਤਾਂ ਉਹਨਾਂ ਦੀ ਫੂਡ ਦੀ ਜੋ ਐਕਸਪੋਰਟ ਹੈ ਉਹ ਬੰਦ ਹੋ ਜਾਏਗੀ ਜਾਂ ਘਟ ਜਾਏਗੀ, ਕਦ ਕਿ ਬੰਦ ਹੀ ਹੋ ਜਾਏਗੀ। ਉਹਦੇ ਨਾਲ ਯੂਰਪ ਦੇ ਵਿੱਚ ਫੂਡ ਪ੍ਰਾਈਸਿਸ ਵੱਧ ਜਾਣਗੀਆਂ। ਪਰ ਸਾਨੂੰ ਇਹਦਾ ਫਾਇਦਾ ਹੋ ਸਕਦਾ ਕਿਉਂਕਿ ਅਸੀਂ ਵੀ ਫੂਡ ਸਰਪਲਸ ਹਾਂ। ਸਾਡੀ ਜਿਹੜੀ ਕਣਕ ਹੈ ਉਹ ਵੀ ਬਾਹਰ ਜਾ ਸਕਦੀ ਹੈ। ਪਰ ਸਾਡੀ ਪ੍ਰੋਬਲਮ ਇਹ ਹੈ ਕਿ ਸਾਡੀ ਕਣਕ ਦੇ ਵਿੱਚ ਇੰਨੇ ਕੈਮੀਕਲਸ ਨੇ, ਪੈਸਟੀਸਾਈਡ, ਵੀਡੀਸਾਈਡ, ਕਿੰਨਾ ਕੁਛ ਅਸੀਂ ਇਸਤੇਮਾਲ ਕਰਦੇ ਹਾਂ। ਇਸ ਕਰਕੇ ਸਾਡੀ ਕੁਆਲਿਟੀ ਹੈ ਜਿਹੜੀ ਕਣਕ ਦੀ ਉਹ ਇੰਨੀ ਉਹਨਾਂ ਨੂੰ ਐਕਸੈਪਟੇਬਲ ਨਹੀਂ ਹੈ। ਪਰ ਜੇ ਜ਼ਿਆਦਾ ਕ੍ਰਾਈਸਿਸ ਵੱਧਦਾ ਹੈ ਫਿਰ ਸਾਡੀ ਕਣਕ ਵੀ ਵਿਕੇਗੀ, ਉਹਦੇ ਨਾਲ ਸਾਡੇ ਪੰਜਾਬ ਨੂੰ ਫਾਇਦਾ ਹੋਵੇਗਾ, ਸਾਡੀ ਇੰਡੀਆ ਨੂੰ ਫਾਇਦਾ ਹੋਵੇਗਾ ਕਿਉਂਕਿ ਸਾਡੀ ਫੂਡ ਬਾਹਰ ਜਾਏਗਾ, ਸਾਡੇ ਲੋਕਾਂ ਦੀ ਕਮਾਈ ਵਧੇਗੀ। ਅਤੇ ਬਾਕੀ ਜਿਹੜੀਆਂ ਯੂਕਰੇਨ ਹੈ ਉਹਦੇ ਕੋਲ ਬਹੁਤ ਹੀ ਜ਼ਿਆਦਾ ਮਿਨਰਲਸ ਨੇ। ਉਹ ਮਿਨਰਲਸ ਐਕਸਪੋਰਟ ਜਦ ਬੰਦ ਹੋ ਜਾਏਗੀ ਤਾਂ ਉਹ ਮਿਨਰਲਸ ਦੀ ਕੀਮਤਾਂ ਵੀ ਵੱਧ ਜਾਣਗੀਆਂ ਅਤੇ ਓਵਰਆਲ ਵਰਲਡ ਇਕੋਨਮੀ ਦੇ ਉੱਤੇ ਇਹਦਾ ਕਾਫੀ ਅਸਰ ਪਏਗਾ। ਦੇਖੋ, ਰੂਸ ਇਹ ਵੀ ਨਾਲ ਕਹਿ ਰਿਹਾ ਹੈ ਕਿ ਅਸੀਂ ਉਹਨਾਂ ਨੂੰ ਜਾਣੀ ਕੁਝ ਹਥਿਆਰ ਜਿਹੜੇ ਕਹਿ ਰਹੇ ਨੇ ਕਿ ਹਥਿਆਰ ਬਣਦੇ ਨੇ ਉੱਥੇ, ਮਤਲਬ ਵਿਨਾਸ਼ਕਾਰੀ ਹਥਿਆਰ ਜਿਹੜੇ ਤਿਆਰ ਹੁੰਦੇ ਨੇ ਯੂਕਰੇਨ ਦੇ ਵਿੱਚ, ਉਹ ਤਾਂ ਨਹੀਂ ਕਰਨ ਦੇਵਾਂਗੇ, ਉਹ ਸਾਨੂੰ ਧੋਖਾ ਦੇ ਰਹੇ ਨੇ। ਕੁਝ ਇਸ ਤਰ੍ਹਾਂ ਦੇ ਵੀ ਇਲਜ਼ਾਮ ਹੈ ਜਿਹੜੇ ਪੁਤਿਨ ਹੋਰਾਂ ਦੇ। ਉਹ ਸਾਰੇ ਹੁੰਦੇ ਨੇ, ਇਲਜ਼ਾਮ ਲੱਗਦੇ ਹੁੰਦੇ ਨੇ। ਜਦੋਂ ਸੋਵੀਅਤ ਯੂਨੀਅਨ ਸੀ ਤਾਂ ਯੂਕਰੇਨ ਕੋਲ ਨਿਊਕਲੀਅਰ ਵੈਪਨ ਵੀ ਸੀ, ਪਰ ਯੂਕਰੇਨ ਨੇ ਉਹ ਸਾਰੇ ਵੈਪਨ ਰਸ਼ੀਆ ਨੂੰ ਡਿਪੋਜ਼ਿਟ ਕਰਵਾ ਦੇ ਇਸ ਗਰੰਟੀ ਦੇ ਉੱਤੇ ਕਿ ਤੁਸੀਂ ਸਾਨੂੰ ਇਹਨਾਂ ਦੀ ਲੋੜ ਨਹੀਂ ਹੈ। ਔਰ ਅੱਜ ਉਹ ਸ਼ਾਇਦ ਸਮਝਦੇ ਹੋਣ ਕਿ ਜੇ ਉਹਨਾਂ ਕੋਲ ਉਹ ਵੈਪਨ ਹੁੰਦੇ ਤਾਂ ਸ਼ਾਇਦ ਰੂਸ ਇਹ ਕਾਰਵਾਈ ਨਹੀਂ ਕਰ ਸਕਦਾ। ਤਾਂ ਇਸ ਕਰਕੇ ਹੁਣ ਜਿੰਨੀਆਂ ਕੰਟਰੀਜ਼ ਨੇ ਜਿਹੜੇ ਨਿਊਕਲੀਅਰ ਵੈਪਨ ਬਣਾ ਰਹੇ ਨੇ ਜਾਂ ਬਣਾਉਣ ਦੇ ਕਾਬਲ ਨੇ, ਉਹ ਆਪਣੇ ਨਿਊਕਲੀਅਰ ਬਣਾਉਣ ਦੀ ਰੇਸ ਨੂੰ ਤੇਜ਼ ਕਰਨਗੇ, ਜਿਸ ਤਰ੍ਹਾਂ ਈਰਾਨ ਹੈ ਜਾਂ ਕੋਈ ਹੋਰ ਹੈ, ਤਾਂ ਕਿ ਉਹਨਾਂ ਕੋਲ ਵੀ ਕਿਸਮ ਦੀ ਇੰਸ਼ੋਰੈਂਸ ਪਾਲਿਸੀ ਹੋ ਜਾਏ, ਕੋਈ ਉਹਨਾਂ ਨੂੰ ਤੰਗ ਨਾ ਕਰ ਸਕੇ। ਇਸ ਕਰਕੇ ਇਹਦਾ ਇੱਕ ਆਊਟਫਾਲ ਇਹ ਵੀ ਹੋਏਗਾ ਕਿ ਜੋ ਨਿਊਕਲੀਅਰ ਰੇਸ ਹੈ ਉਹ ਘਟਣ ਦੀ ਬਜਾਏ ਵਧੇਗੀ ਔਰ ਹਰੇਕ ਕੰਟਰੀ ਚਾਹੇਗੀ ਕਿ ਮੇਰੇ ਕੋਲ ਇੱਕ ਗਰੰਟੀ ਹੋਵੇ ਆਪਣੇ ਆਪ ਨੂੰ ਬਚਾਉਣ ਵਾਸਤੇ। ਬਾਕੀ ਰਸ਼ੀਆ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਆਪਣਾ ਹਥਿਆਰ ਡੇਗੋ, ਹਥਿਆਰ ਰੱਖੋ ਅਤੇ ਫਿਰ ਅਸੀਂ ਤੁਹਾਡੇ ਨਾਲ ਗੱਲਬਾਤ ਕਰਾਂਗੇ। ਔਰ ਉਹਦਾ ਮਤਲਬ ਇਹ ਹੋਏਗਾ ਕਿ ਰਜੀਮ ਚੇਂਜ ਹੋਏਗੀ ਅਤੇ ਕੋਈ ਫੇਸ ਸੇਵਿੰਗ ਡਿਵਾਈਸ ਕੱਢ ਲੈਣਗੇ। ਹੋਪਫੁਲੀ ਇਹ ਗੱਲਾਂ ਖਤਮ ਹੋ ਜਾਣਗੀਆਂ। ਬਾਕੀ ਅਮਰੀਕਾ ਨੇ ਅਤੇ ਵੈਸਟਰਨ ਯੂਰਪ ਨੇ ਥ੍ਰੈਟਨ ਕੀਤਾ ਹੈ ਕਿ ਅਸੀਂ ਸੈਂਕਸ਼ਨਸ ਲਾਵਾਂਗੇ, ਕਿ ਰੂਸ ਦਾ ਵਪਾਰ ਬੰਦ ਕਰਾਂਗੇ। ਅਗਰ ਉਹ ਸੈਂਕਸ਼ਨ ਆਲਰੇਡੀ ਲਗਾ ਦਿੱਤੀਆਂ, ਉਹਦੇ ਅਕਾਊਂਟ ਵਗੈਰਾ ਬੰਦ ਕਰ ਰਹੇ ਨੇ, ਫਰੀਜ਼ ਕਰ ਰਹੇ ਨੇ ਵਗੈਰਾ ਵਗੈਰਾ, ਪਰ ਉਹਦੇ ਨਾਲ ਰੂਸ ਨੂੰ ਜ਼ਿਆਦਾ ਫਰਕ ਨਹੀਂ ਪਏਗਾ
ਕਿਉਂਕਿ ਰੂਸ ਦਾ ਗੈਸ ਤੇ ਤੇਲ ਜਿਹੜਾ ਵੈਸਟ ਯੂਰਪ ਜਾਂਦਾ ਹੈ, ਅਗਰ ਉਹ ਬੰਦ ਹੁੰਦਾ ਹੈ, ਰੂਸ ਨੇ ਪਹਿਲਾਂ ਹੀ ਚੀਨ ਦੇ ਨਾਲ ਸਮਝੌਤਾ ਕਰ ਰੱਖਿਆ ਕਿ ਉਹਦਾ ਤੇਲ ਤੇ ਗੈਸ ਲਏਗਾ। ਔਰ रूस की मार्केट जो है वो यूरोप की बजाय चाइना बढ़ जाएगी। चाइना रूस का फ्रेंड है और वो गैस लैंदा रहेगा, अपना तेल प्रिजर्व करता रहेगा। बल्कि इसका नुकसान जर्मनी तो फ्रांस में होएगा कि उत्थे गैस जानी बंद हो जाएगी या गैस बहुत महंगी हो जाएगी। वो ठंड अजे भी ठंड है, इस करके उन्होंने सर्दी वास्ते होर उन्होंने प्रॉब्लम हो जाएगी। तो इस करके ये होपफुली इसका कोई डिप्लोमैटिक सलूशन मिल जाएगा। पर यूक्रेन की रजीम चेंज होना तो तय है। ਚਾਈਨਾ ਨੇ ਸਿੱਧੇ ਤੌਰ ਤੇ ਜਾ ਕੇ ਸਾਥ ਦਿੱਤਾ ਰਸ਼ੀਆ ਦਾ, ਔਰ ਇਸੇ ਤਰ੍ਹਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸਾਹਿਬ ਵੀ ਜਿਹੜੇ ਨੇ ਉੱਥੇ ਮਿਲੇ ਜਾ ਕੇ ਰੂਸ ਦੇ ਰਾਸ਼ਟਰਪਤੀ ਨੂੰ। ਇਸ ਸਾਰੀ ਭੂਮਿਕਾ ਨੂੰ ਕਿਵੇਂ ਦੇਖ ਰਹੇ ਹੋ? ਕਿਤੇ ਨਾ ਕਿਤੇ ਭਾਰਤ ਜਿਹੜਾ ਹੈਗਾ ਉਹ ਬੜਾ ਸੋਚ ਸਮਝ ਕੇ ਕਦਮ ਪੁੱਟ ਰਿਹਾ, ਔਰ ਉਹਨਾਂ ਨੇ ਸਿੱਧਾ ਦੋਹਾਂ ਦੇਸ਼ਾਂ ਨੇ, ਕਿਉਂਕਿ ਅਸੀਂ ਦੋਨਾਂ ਦੀ ਬਾਰਡਰ ਸੀਮਾ ਤੇ ਹਾਂ, ਅਸੀਂ ਦੋਨਾਂ ਦੇ ਨਿਸ਼ਾਨੇ ਤੇ ਵੀ ਹਾਂ, ਜਾਣੀ ਇਹਨੂੰ ਵੀ ਕਿਤੇ ਨਾ ਕਿਤੇ ਵਿਚਾਰਿਆ ਜਾਣਾ ਚਾਹੀਦਾ। पाकिस्तान का रूस के जाना कोई वो दूजे मसले वास्ते है। पाकिस्तान की कोई इन्नी हैसियत नहीं है को इस मामलों के कोई दखल दिखे। जितों तक चीन का सवाल है, चीन बिल्कुल रूस का दोस्त है, क्योंकि चाणक्य ने कहा सी दुश्मन का जो दुश्मन है वो तुहाडा दोस्त होंदा है। क्योंकि अमेरिका अगर रूस का दुश्मन है, वो चीन का भी दुश्मन है, तो इस करके रूस तो चीन आपस में दोस्त बनणगे। चीन बिल्कुल रूस को सपोर्ट करेगा इनडायरैक्टली, ट्रेड के तौर पर, सैंक्शन का न्यूट्रलाइज करने के तौर पर, और सीधे तौर पर उन्होंने आने की जरूरत ही नहीं है, क्योंकि रूस काफ़ी कैपेबल अपनी प्रॉब्लम सॉल्व करने वास्ते मिलिटरीली। साढ़े उत्ते जो असर होएगा कि साड़ी जी अगर ये लंबी देर चलती रही है तो साड़ी जो रशिया के नाल डिफेंस डील्स ने वो डिले हो सकदियां ने। साढ़े बहुत सारे उत्थे स्टूडेंट्स पढ़ रहे हैं, उन्होंने लाइफ मुश्किल हो जाएगी, उन्होंने साडा कढ़ना पेगा। साढ़े वैसे उत्थे व्यापारी भी बहुत ने, उन्हों का असर पेगा। इस करके साडी इकैनमी के उत्ते दी एक तो तेल करके, तो दूजा साडा जो उत्थों रेमिटेंसिस वगैरह आउंदियां ने या साडे व्यापारी उत्थे काम करने अपना प्रॉफिट इत्थे भेजते हैं, वो भी घट जाएगा जी। ਤਾਂ ਜਿਹੜੇ ਅਮਰੀਕਾ ਦੇ ਰਾਸ਼ਟਰਪਤੀ ਨੇ ਉਹਨਾਂ ਨੇ ਇੱਕ ਗੱਲ ਹੋਰ ਵੀ ਕਹੀ ਹੈ, ਕਹਿੰਦੇ ਇਹ ਯੂਕਰੇਨ ਤੇ ਹਮਲਾ ਰੂਸ ਦੇ ਵੱਲੋਂ ਇਹ ਜਾਣੀ ਸਿਰਫ ਸ਼ੁਰੂਆਤ ਹੈ, ਹੋਰ ਦੇਸ਼ਾਂ ਤੇ ਵੀ ਇਸ ਦਾ ਅਸਰ ਹੋ ਸਕਦਾ, ਜਾਣੀ ਸੋਵੀਅਤ ਯੂਨੀਅਨ ਦੁਬਾਰਾ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ रूस। ਤੁਹਾਨੂੰ ਲੱਗਦਾ ਹੈ ਕੁਛ ਐਸਾ ਕੋਈ ਸੰਭਾਵਨਾ ਕਿਸੇ ਤਰ੍ਹਾਂ ਦੀ? देखो वो तो हरेक कंट्री चाहती है। रूस जो सोवियत यूनियन टुटी तो 15 कंट्रीज तो अलहदा हो गए तकरीबन, छोटे छोटे बड़े बड़े। तो रशिया जोड़ा वो पुराना तकरीबन 85 रह गया % पुरानी सोवियत यूनियन का। तो वो कोशिश करनगे कि जिहड़ियां कंट्रीज रिपब्लिक तो टुटे ने उन्होंने इन्फ्लुएंस थले दोबारा आउण। बेशक उन्होंने डायरैक्टली ना मिलन, पर उन्होंने स्फीयर ऑफ इन्फ्लुएंस विच होणगे। ऑलरेडी उन्होंने किया, चैचनिया नूं कीता, जॉर्जिया कीतिया, क्रेमिया नूं अनैक्स कीता। बाकी जिहड़ी सेंट्रल एशिया के कंट्री ने जिन्होंने स्थान करना, किर्गिस्तान, तुर्कमेनिस्तान, कजाकिस्तान, पाकिस्तान, वो सारा उन्होंने अपनी इन्फ्लुएंस के थले रखा हुआ है। और डिपेंड करता है कि रूस कितना स्ट्रोंग होता है। जो रूस वीक सी तो सारिया कंट्रियां उहदे इन्फ्लुएंस तो बाहर घट सी उन्हें थले, पर हुण क्योंकि रशिया स्ट्रोंग हो रहा है, इस करके वो अपना इन्फ्लुएंस इन सारी कंट्रीज उत्ते ਵਧਾਏਗਾ। ਆਖਰੀ ਸਵਾਲ ਹੈ ਕਿ ਤੁਹਾਨੂੰ ਕੀ ਲੱਗਦਾ ਹੁਣ ਇਸ ਦਾ ਸਮਾਪਤੀ ਕਿਵੇਂ ਹੋ ਸਕਦੀ ਹੈ? ਐਂਡ ਕੀ ਹੋ ਸਕਦਾ ਤੁਹਾਡੇ ਮੁਤਾਬਕ? ਤੁਸੀਂ ਇੱਕ ਵੱਡੀ ਪੋਸਟ ਤੇ ਰਹੇ ਹੋ ਔਰ ਆਰਮੀ ਦੀ ਇੱਕ ਮੂਵਮੈਂਟ ਨੂੰ ਬਿਹਤਰ ਸਮਝਦੇ ਹੋ। ਹੁਣ ਇਹਦੇ ਐਂਡ ਇਸ ਤਰ੍ਹਾਂ ਹੋਏਗਾ ਕਿ ਯੂਕਰੇਨ ਦੇ ਵਿੱਚ ਰਜੀਮ ਚੇਂਜ ਹੋਏਗੀ। ਯੂਕਰੇਨ ਕਿਸੇ ਵੀ ਹਾਲ ਦੇ ਵਿੱਚ ਨੈਟੋ ਦਾ ਹਿੱਸਾ ਨਹੀਂ ਬਣ ਸਕਦਾ, ਰਸ਼ੀਆ ਅਲਾਉ ਨਹੀਂ ਕਰੇਗਾ। ਅਮਰੀਕਾ भी नहीं चाहेगा कि ये सिचुएशन बढ़े। अमेरिका इकनॉमिक सैंक्शन वगैरह लाएगा, दूसरी सैंक्शन लाएगा, डिप्लोमेटिक सैंक्शन पाएगा, पर डायरैक्ट कन्फ्रंटेशन दे कोई चांस नहीं है। तो वो लोग ਜਿਹੜੇ ਕਹਿੰਦੇ ਨੇ ਕਿ ਇਹ थर्ड वर्ल्ड वार ਲੱਗ ਸਕਦੀ ਹੈ, ਅਜੇ ਉਹਦਾ ਕੋਈ ਚਾਂਸ ਨਹੀਂ ਹੈ। ਦੂਜਾ ਇਹਦਾ ਇੱਕ ਪ੍ਰੈਸੀਡੈਂਸ ਹੋ ਜਾਏਗਾ ਕਿ ਜੇ ਤੁਸੀਂ ਤਕੜੀ अपने ताकत नाल किसी कंट्री से कब्जा कर सकते हो, जे रूस कर सकता है तो मैं भी कर सकता। तो ये चीन नूं बल मिलेगा, वो भी कोशिश करेगा कि वो ताइवान के उत्ते इस तरीके नाल कब्जा करे। पर ताइवान उत्ते कब्जा करना अजे मुश्किल है, क्योंकि ताइवान की जिहड़ी सिक्योरिटी गारंटी है वो अमेरिका दे रहा है। और दूजा ताइवान जो कंप्यूटर चिप्स वगैरह इन्नियां बनाउंदा है कि अगर ताइवान वर्ल्ड ट्रेड दे विचों निकल के चीन दे नाल नीचे आ जाता है तो वो सारिया चीज़ां वर्ल्ड में नहीं मिलदियां, स्पैशली कंप्यूटर चिप्स वगैरह। तो अजे कुछ देर वास्ते ये कहना पॉसीबल नहीं है कि चीन ताइवान नूं हड़प लेगा, पर चीन की कोशिश होएगी
क्योंकि हुण प्रेसिडेंट बन गया कि जिहड़ा जिसकी लाठी उसकी भैंस, जिहदे कोले ताकत है वो किते भी कर सकदा है। तो एक प्रेसिडेंस बन जाएगा तो ये चलदा रहेगा। जे असीं तगड़े हां फिर सानूं भी इहदा फायदा हो जाए, असीं पीओके भी ले सकदे। ਇਹਦਾ ਡਿਪੈਂਡ ਕਰਦਾ ਕਿ ਪਰ ਅਸੀਂ ਲਾਠੀ ਕਿੰਨੀ ਤੱਕ ਪਰ ਅਸੀਂ ਮਤਲਬ ਮੰਨੀਏ ਕਿ ਐਸਾ ਨਾ ਹੋਵੇ। ਹਾਂ, ਐਸਾ ਨਹੀਂ ਹੋਏਗਾ ਡਿਪਲੋਮੈਟਿਕਲੀ। ਕਿਉਂਕਿ ਫਿਰ ਜਿਹੜੀ ਦੂਜੀ ਵਿਸ਼ਵ ਜੰਗ ਸੀ ਉਹ ਜੇ ਹਾਲਾਤ ਬਣਨਗੇ ਬਹੁਤ ਸਾਰਾ ਜਿਹੜਾ ਅਜੇ ਵਿਸ਼ਵ ਜੰਗ ਦਾ ਕੋਈ ਖਾਸ ਖਤਰਾ ਨਹੀਂ ਹੈ, ਕਿਉਂਕਿ ਸਾਰੇ ਸਮਝਦੇ ਨੇ ਕਿ ਵਿਸ਼ਵ ਜੰਗ ਜੇ ਹੋਏਗੀ ਤਾਂ ਉਹਦੇ 'ਚ ਕੋਈ ਸਾਰੇ ਖਤਮ ਹੋ ਜਾਣਗੇ। ਦਿਲ ਵੀ ਨੋ ਵਿਕਟਰਸ, ਦਿਲ ਵੀ ਆਲ ਡਿਸਟਰੋਇਡ। ਇਸ ਕਰਕੇ ਵਿਸ਼ਵ ਜੰਗ ਦਾ ਅਜੇ ਕੋਈ ਖਤਰਾ ਨਹੀਂ ਹੈ ਔਰ ਲੋਕ ਸਿਆਣੇ ਨੇ, ਉਹ ਇਹਨੂੰ ਡਿਪਲੋਮੈਟਿਕਲੀ ਹੈਂਡਲ ਕਰ ਲੈਣਗੇ ਔਰ ਰੂਸ ਦੀ ਜਿਹੜੀ ਰਿਕੁਆਇਰਮੈਂਟ ਉਹ ਪੂਰੀ ਹੋਏਗੀ। ਕੁਛ ਦੇਰ ਪਹਿਲਾਂ ਜਰਮਨ ਐਡਮਿਰਲ ਨੇ ਵੀ ਇਸ ਤਰ੍ਹਾਂ ਲੈਕਚਰ ਦਿੱਤਾ ਸੀ ਇੰਡੀਆ ਦੇ ਵਿੱਚ ਕਿ ਰੂਸ ਦੀ ਜਿਹੜੀ ਸੈਂਟੀਮੈਂਟਸ ਉਹਨੂੰ ਰਿਸਪੈਕਟ ਕਰੋ, ਅੰਡਰਸਟੈਂਡ ਕਰੋ ਔਰ ਪੁਟਿਨ ਨੂੰ ਰਿਸਪੈਕਟ ਕਰੋ। ਉਹਦੀ ਕੰਟਰੀ ਨੇ ਉਹਨੂੰ ਜੌਬ ਤੋਂ ਹਟਾਤਾ ਸੀ, ਇਹ ਦੂਜੀ ਗੱਲ ਹੈ, ਪਰ ਇਹੀ ਹੋਏਗਾ ਕਿ ਰੂਸ ਦੀ ਸੈਂਟੀਮੈਂਟਸ ਅੰਡਰਸਟੈਂਡ ਕਰਨੀ ਪਏਗੀ ਵਰਲਡ ਨੂੰ ਔਰ ਰਜੀਮ ਚੇਂਜ ਯੂਕਰੇਨ ਦੇ ਵਿੱਚ ਹੋਏਗਾ ਔਰ ਯੂਕਰੇਨ ਕभी ਵੀ ਨੈਟੋ ਦਾ ਹਿੱਸਾ ਨਹੀਂ ਬਣ ਸਕਦਾ। ਜੀ ਬਹੁਤ ਧੰਨਵਾਦ ਜੀ ਬ੍ਰਿਗੇਡੀਅਰ ਸਾਹਿਬ। ਤਾਂ ਇਹ ਸਨ ਸਾਡੇ ਨਾਲ ਬ੍ਰਿਗੇਡੀਅਰ ਹਰਵੰਤ ਸਿੰਘ ਜੀ, ਜਿਨ੍ਹਾਂ ਨੇ ਸਿੱਧੇ ਤੌਰ 'ਤੇ ਇਹ ਚੀਜ਼ਾਂ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਹਾਲਾਤ ਕੀ ਨੇ, ਕਿਉਂ ਇਹ ਹਾਲਾਤ ਬਣ ਗਏ ਕਿ ਯੂਕਰੇਨ ਨੂੰ ਇੰਨਾ ਵੱਡਾ ਜਿਹੜਾ ਝਟਕਾ ਲੱਗਾ, ਇੰਨਾ ਵੱਡਾ ਉਹਨਾਂ ਨੂੰ ਆਹ ਸਮਾਂ ਹੰਢਾਉਣਾ ਪਿਆ। ਰੂਸ ਆਪਣੀ ਜਗ੍ਹਾ 'ਤੇ ਠੀਕ ਹੈ। ਇਹ ਵੀ ਉਹਨਾਂ ਨੇ ਕਿਹਾ ਕਿ ਜੇਕਰ ਰੂਸ ਦੀ ਮਜਬੂਰੀ ਨੂੰ ਸਮਝ ਲਿਆ ਜਾਂਦਾ ਜਾਂ ਰੂਸ ਦੇ ਕਹਿਣ ਮੁਤਾਬਕ ਯੂਕਰੇਨ ਕਰ ਲੈਂਦਾ ਤਾਂ ਸ਼ਾਇਦ ਇਹ ਹਾਲਾਤ ਨਾ ਬਣਦੇ। ਔਰ ਇੱਕ ਬੜੀ ਖਾਸ ਗੱਲ ਕਿ ਪੰਜਾਬ ਨੂੰ ਇਹਦੇ ਵਿੱਚ ਕਿਸ ਤਰ੍ਹਾਂ ਦਾ ਫਾਇਦਾ ਹੋ ਸਕਦਾ ਹੈ। ਦੇਸ਼ ਦੀ ਗੱਲ ਬਾਅਦ 'ਚ, ਪੰਜਾਬ ਦੀ ਗੱਲ ਪਹਿਲਾਂ, ਕਿ ਪੰਜਾਬ ਨੂੰ ਕੀ ਫਾਇਦਾ ਹੋ ਸਕਦਾ ਹੈ ਕਿ ਜੇਕਰ ਯੂਕਰੇਨ ਦੇ ਵਿੱਚੋਂ ਫੂਡ ਕ੍ਰਾਈਸਿਸ ਆਉਂਦਾ, ਜਾਣੀ ਉੱਥੋਂ ਫੂਡ ਆਉਣਾ ਬੰਦ ਹੋ ਜਾਂਦਾ ਹੈ, ਤਾਂ ਉਹਦਾ ਸਿੱਧੇ ਤੌਰ 'ਤੇ ਪੰਜਾਬ ਨੂੰ ਲਾਭ ਹੋਏਗਾ ਕਿ ਪੰਜਾਬ ਦੇ ਵਿੱਚੋਂ ਜਿਹੜਾ ਅਸੀਂ ਫੂਡ ਸਰਪਲਸ ਆ ਅਤੇ ਸਾਡਾ ਫੂਡ ਜਿਹੜਾ ਉਹ ਜਾਣਾ ਸ਼ੁਰੂ ਹੋ ਜਾਏਗਾ। ਇਹਦੇ ਨਾਲ ਪੰਜਾਬ ਦਾ ਇੱਕ ਵੱਡਾ ਯੋਗਦਾਨ ਹੋ ਸਕਦਾ ਜਾਂ ਪੰਜਾਬ ਨੂੰ ਵੱਡਾ ਲਾਭ ਹੋ ਸਕਦਾ। ਦੇਖਣਾ ਹੋਏਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮਾਹੌਲ ਕਿਸ ਤਰ੍ਹਾਂ ਦਾ ਬਣਦਾ ਔਰ ਇਹਨਾਂ ਹਾਲਾਤਾਂ ਦੇ ਨਾਲ ਜੁੜਿਆ ਹੋਇਆ ਹਰ ਅਪਡੇਟ ਲਗਾਤਾਰ ਪਹੁੰਚਾਉਂਦੇ ਰਹਾਂਗੇ ਔਰ ਬ੍ਰਿਗੇਡੀਅਰ ਸਾਹਿਬ ਦੇ ਨਾਲ ਸਮੇਂ-ਸਮੇਂ 'ਤੇ ਗੱਲਬਾਤ ਕਰਦੇ ਰਹਾਂਗੇ ਤਾਂ ਕਿ ਤੁਹਾਡੇ ਤੱਕ ਵੀ ਠੀਕ ਅਪਡੇਟ ਪਹੁੰਚਦਾ ਰਹੇ। ਆਪਣੇ ਸਹਿਯੋਗੀ ਪਰਮਿੰਦਰ ਸਿੰਘ ਨਾਲ ਮੈਂ ਰਵੀ ਸੰਗਰਾਹੁਰ ਦਾ ਅਨਮਿਊਟ, ਚੰਡੀਗੜ੍ਹ।